ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਠ ਕੁਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ। ਕਹੇ ਨਾਨਕ ਤਹ ਸੁਖ ਹੁਆ ਤਿਤ ਕਰ ਅਨਹਦ ਵਾਜੇ। ਕਹੇ ਨਾਨਕ ਤਹ ਸੁਖ ਹੁਆ ਤਿਤ ਘਰ ਅਨਹਦ ਵਾਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ ਦੀਨ ਦੁਨੀਆ ਦੇ ਮਾਲਕ, ਚਲੋ ਛਤਰ ਤਖਤ ਦੇ ਮਾਲਕ, ਰਾਜਾ ਨਾ ਰਾਜ ਭਾਨਾ ਨਾ ਭਾਨ, ਦੇਵਾ ਨਾ ਦੇਵ ਸਤ ਉਪਮਾ ਮਹਾਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਦੇ ਅੰਦਰ ਜੁੜ ਬੈਠੇ ਗੁਰਸਿੱਖ ਪਿਆਰ ਵਾਲੇ ਵਡਭਾਗੇ ਹੋ। ਸਤਿਗੁਰਾਂ ਦੀ ਰਹਿਮਤ ਹੋਈ ਹੈ ਜਿਹਦੇ ਕਰਕੇ ਸਤਸੰਗਤ ਦੇ ਵਿੱਚ ਜੁੜ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਉਸ ਕਾਦਰ ਦੀ ਕੁਦਰਤ ਦੇ ਨਾਲ ਜੁੜਨ ਦਾ ਜੋ ਸਬਬ ਮਿਲਿਆ ਹੈ, ਸੱਚੇ ਪਾਤਸ਼ਾਹ ਦੀ ਲੜੀਵਾਰ ਚੱਲ ਰਹੀ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ, ਆਨੰਦ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਚੱਲਦੀ ਪਈ ਹੈ। ਅੱਜ ਅਸੀਂ 5ਵੀਂ ਪੌੜੀ ਦੀ ਵਿਚਾਰ ਕਰਨੀ ਹੈ। ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ ਕਮਲਾਂ 'ਚ ਮਨ ਬਿਰਤੀਆਂ ਇਕਾਗਰ ਕਰਦੀਆਂ ਹੋਇਆਂ ਗੁਰ ਫਤਿਹ ਪ੍ਰਵਾਨ ਕਰਨਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਜੋ ਇਹ ਪਾਵਨ ਪਵਿੱਤਰ ਬਚਨ ਨੇ, ਜਿਵੇਂ ਅਸੀਂ ਕੱਲ ਚੌਥੀ ਪੌੜੀ ਦੇ ਵਿਚਾਰ ਕੀਤੀ ਸੀ, ਸਾਹਿਬਾਂ ਨੇ ਬਚਨ ਸਮਝਾਉਣਾ ਕੀਤੇ ਸੀ ਕਿ ਗੁਰੂ ਦੀ ਮਿਹਰ ਦੇ ਨਾਲ ਪ੍ਰਮਾਤਮਾ ਦੇ ਨਾਮ ਜਦੋਂ ਮਿਲ ਜਾਂਦਾ ਹੈ, ਜਿਸ ਮਨੁੱਖ ਨੂੰ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ, ਉਹ ਅੰਦਰੋਂ ਮਾਇਆ ਦੇ ਲਾਲਚ ਦੂਰ ਹੋ ਜਾਂਦੇ ਨੇ, ਅੰਦਰੋਂ ਸ਼ਾਂਤੀ ਪੈਦਾ ਹੋ ਜਾਂਦੀ ਹੈ, ਆਤਮਿਕ ਆਨੰਦ ਆਉਣਾ ਆਰੰਭ ਹੋ ਜਾਂਦਾ ਹੈ। ਜਦੋਂ ਆਨੰਦ ਦੀ ਪ੍ਰਾਪਤੀ ਹੋਣੀ ਪ੍ਰਾਰੰਭ ਹੁੰਦੀ ਹੈ, ਆਮ ਤੌਰ ਦੇ ਉੱਤੇ ਯੋਗ ਮਤ ਦੇ ਅੰਦਰ ਜਿਵੇਂ ਅੱਗੇ ਵੀ ਗੱਲ ਕੀਤੀ ਸੀ ਕਿ ਉਹ ਇਹ ਗੱਲ ਆਖਣਾ ਕਰਦੇ ਨੇ ਕਿ ਹਿਰਦੇ ਦੇ ਵਿੱਚ ਵਾਜੇ ਵੱਜਣੇ ਸ਼ੁਰੂ ਹੋ ਜਾਂਦੇ ਨੇ। ਤੇ ਗੁਰੂਦੇਵ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਉਹਨਾਂ ਵਾਜਿਆਂ ਦੀ ਗੱਲ ਸਮਝਾਉਂਦਿਆਂ ਹੋਇਆਂ ਅੱਜ ਪਾਵਨ ਪਵਿੱਤਰ ਬਚਨਾਂ ਦੇ ਅੰਦਰ ਸਮਝਾਉਣ ਲੱਗੇ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ। ਉਹਦੇ ਜਿਹੜੇ ਉਹ ਵਾਜਿਆਂ ਦੀ ਗੱਲ ਕਰਦੇ ਨੇ, ਉਹ ਵਾਜੇ ਹਿਰਦੇ ਘਰ ਦੇ ਵਿੱਚ ਜਦੋਂ ਨਾਮ ਜਪਣਾ ਸ਼ੁਰੂ ਕਰ ਦੇਵਾਂਗੇ ਨਾ, ਇੱਕ ਆਨੰਦ, ਇੱਕ ਖੁਸ਼ੀ, ਇੱਕ ਹੁਲਾਸ ਆਪਣੇ ਆਪ ਪੈਦਾ ਹੋ ਜਾਏਗਾ, ਇੱਕ ਚਾਉ ਆਪਣੇ ਆਪ ਪੈਦਾ ਹੋਵੇਗਾ। ਉਸ ਸਮੇਂ ਪੰਜ ਵਾਜਿਆਂ ਦੀ ਮਿਲਵੀਂ ਸੁਰ ਜਿਹੜੀ ਹੈ ਉਹ ਆਪਣੇ ਆਪ ਹਿਰਦੇ ਦੇ ਘਰ ਦੇ ਵਿੱਚ ਵੱਜਣੇ ਸ਼ੁਰੂ ਹੋਵੇਗੀ। ਜਿਵੇਂ ਯੋਗ ਮਤ ਦੇ ਅੰਦਰ ਵਾਜੇ, ਪੰਜਾਂ ਵਾਜਿਆਂ ਦੀ ਜਿਹੜੀ ਗੱਲ ਕਰਦੇ ਨੇ, ਜਿੱਥੇ ਉਹ ਸਿੰਘੀ ਦੀ ਗੱਲ ਕਰਦੇ ਨੇ, ਕਿੰਕੁਰੀ ਦੀ ਗੱਲ ਕਰਦੇ ਨੇ, ਵੀਣਾ ਦੀ ਗੱਲ ਕਰਦੇ ਨੇ, ਉਹ ਦੇਖੋ ਜਦੋਂ ਇਹ ਸਾਰੇ ਸਾਜ਼ ਜਿਹੜੇ ਨੇ
5 ਵਾਜੇ ਜਿਹੜੇ ਨੇ ਵੱਖਰੇ ਵੱਖਰੇ ਵੱਜਣਗੇ ਤੇ ਉਹਨਾਂ ਦੀਆਂ ਵੱਖਰੀਆਂ ਵੱਖਰੀਆਂ ਸੁਰਾਂ ਹੋਣਗੀਆਂ। ਲੇਕਿਨ ਜਦੋਂ ਕੋਈ ਵੀ ਇੱਕ ਸੁਰ ਦੇ ਵਿੱਚ ਵੱਜਣੇ ਸ਼ੁਰੂ ਹੁੰਦੇ ਨੇ, ਉਹ ਜਿਹੜੀ ਸੁਰ ਹੈ ਉਹ ਇੱਕ ਵੱਖਰਾ ਰੂਪ ਲੈ ਕੇ ਆਉਂਦੀ ਹੈ। ਜਿਵੇਂ ਕੀਰਤਨ ਵੀ ਹੋਵੇਗਾ, ਜੇ ਤਬਲਾ ਵੱਖਰਾ ਵੱਜੇਗਾ ਉਹਦੀ ਵੱਖਰੀ ਧੁਨ ਹੈ, ਜੇ ਹਾਰਮੋਨੀਅਮ ਵੱਜੇਗਾ ਉਹਦੀ ਵੱਖਰੀ ਧੁਨ ਹੈ। ਲੇਕਿਨ ਜੇਕਰ ਗਾਉਣ ਵਾਲੇ ਦੀ ਉਹਦੀ ਵੱਖਰੀ ਧੁਨ ਹੋਵੇਗੀ, ਜੇਕਰ ਉਹ ਤਿੰਨੇ ਚੀਜ਼ਾਂ ਇਕੱਠੀਆਂ ਹੋ ਜਾਣਗੀਆਂ ਤਾਂ ਇੱਕ ਇਹੋ ਜਿਹਾ ਸ਼ਬਦ, ਇੱਕ ਇਹੋ ਜਿਹੀ ਆਨੰਦਮਈ ਗੂੰਜ ਦਿੰਦਾ ਹੈ ਕਿ ਕੋਈ ਵੀ ਇਨਸਾਨ ਵਧੀਆ ਸੁਰ ਵਾਲਾ ਗਵਈਆ ਲੱਗਾ ਹੋਵੇ ਤੇ ਮਨਮੋਹਿਤ ਹੋ ਜਾਂਦਾ ਹੈ। ਤੇ ਸਾਹਿਬ ਕਹਿਣ ਲੱਗੇ, ਜਦੋਂ ਇਹ 5 ਵਾਜੇ ਹਿਰਦੇ ਘਰ ਦੇ ਵਿੱਚ ਵੱਜਣੇ ਸ਼ੁਰੂ ਹੋਏ ਤੇ ਉਸ ਆਨੰਦ ਨੂੰ ਬਿਆਨ ਕਰਨਾ ਬੜਾ ਔਖਾ ਹੈ। ਲੇਕਿਨ ਜੇਕਰ ਇਹ ਸਾਰੇ ਵੱਖਰੇ ਵੱਖਰੇ ਵਾਜੇ ਵੱਜਣਗੇ ਤੇ ਹਿਰਦੇ ਦੇ ਵਿੱਚ ਇਹੋ ਜਿਹਾ ਖਲਲ ਪਏਗਾ ਕਿ ਸੰਭਾਲਿਆ ਵੀ ਸੰਭਾਲਿਆ ਨਹੀਂ ਜਾਂਦਾ। ਆਨੰਦ ਦੀ ਪ੍ਰਾਪਤੀ ਜਦੋਂ ਆਨੰਦ ਨੂੰ ਮਿਲਣ ਵਾਲਿਆਂ ਨਾਲ ਹੁੰਦੀ ਹੈ ਤੇ ਫਿਰ ਉਹਨਾਂ ਦੀ ਸਾਂਝ ਪੈਂਦੀ ਹੈ। ਦੇਖੋ, ਜਦੋਂ ਬੱਚਾ ਜਨਮ ਲੈਂਦਾ ਹੈ, ਬੱਚਾ ਜਨਮ ਲੈਣ ਤੋਂ ਬਾਅਦ ਜਦੋਂ ਰੋਂਦਾ ਹੈ ਤੇ ਉਹਦੇ ਅੱਗੇ ਅਸੀਂ ਜਦੋਂ ਕੋਈ ਛਣਕਣਾ ਵਜਾਉਂਦੇ ਹਾਂ ਉਸ ਵੇਲੇ ਚੁੱਪ ਕਰ ਜਾਂਦਾ ਹੈ। ਕਦੇ ਖਿਆਲ ਕੀਤਾ ਕਿਉਂ? ਅਸਲੀਅਤ ਦੇ ਵਿੱਚ ਜਦੋਂ ਮਾਤਾ ਦੇ ਉਦਰ ਦੇ ਵਿੱਚ ਹੁੰਦਾ ਹੈ, ਮਾਤਾ ਦੇ ਪੇਟ ਦੇ ਵਿੱਚ ਅਸੀਂ ਸਾਰੇ ਜਨਮ ਲੈਣ ਤੋਂ ਪਹਿਲਾਂ 9 ਮਹੀਨੇ ਮਾਤਾ ਦੇ ਗਰਭ ਦੇ ਵਿੱਚ ਰਹੇ ਹਾਂ। ਅਸਲ ਦੇ ਵਿੱਚ ਉਸ ਸਮੇਂ ਹਿਰਦੇ ਦੇ ਅੰਦਰ ਦਾ ਜਿਹੜਾ ਤਾਪ ਹੈ, ਪੇਟ ਦੇ ਅੰਦਰ ਦੀ ਗਰਮੀ, 4 ਅਗਨੀਆਂ ਦੀ ਗੱਲ ਕੀਤੀ ਜਾਂਦੀ ਹੈ ਗੁਰਬਾਣੀ ਦੇ ਵਿੱਚ ਵੀ ਤੇ ਗ੍ਰੰਥਾਂ ਦੇ ਵਿੱਚ ਵੀ। ਉਹਨਾਂ ਦੇ ਵਿੱਚ ਜਿਹੜੀ ਪ੍ਰਮੁੱਖ ਅਗਨੀ ਦੀ ਗੱਲ ਕੀਤੀ ਜਾਂਦੀ ਹੈ, ਉੱਥੇ ਜਠਰਾ ਅਗਨ ਦੀ ਗੱਲ ਕੀਤੀ ਜਾਂਦੀ, ਮਾਂ ਦੇ ਪੇਟ ਦੀ ਗਰਮੀ ਦੀ ਅੱਗ, ਜਿਹਦੇ ਵਿੱਚ ਬੱਚਾ 9 ਮਹੀਨੇ ਉਲਟਾ ਲਟਕ ਕੇ ਰਹਿੰਦਾ ਹੈ। ਉੱਥੇ ਪ੍ਰਮਾਤਮਾ ਦੇ ਨਾਮ ਨੂੰ ਧਿਆਉਂਦਾ ਹੈ। ਮਾਂ ਦੇ ਪੇਟ ਦੇ ਵਿੱਚ ਤਾਂ ਬਚਦਾ ਹੈ, ਅੱਗ ਦੇ ਵਿੱਚੋਂ ਤਾਂ ਬਚਦਾ ਹੈ ਜੇਕਰ ਪ੍ਰਮਾਤਮਾ ਨੂੰ ਧਿਆਉਂਦਾ ਹੈ। ਉੱਥੇ ਪ੍ਰਮਾਤਮਾ ਨੂੰ ਨਾਂ ਨੂੰ ਧਿਆ ਕੇ ਤੇ ਜੀਵ ਆਤਮਾ ਨੂੰ ਫਿਰ ਪ੍ਰਮਾਤਮਾ ਉੱਥੇ ਬਚਾ ਕੇ ਰੱਖਦਾ ਹੈ। ਲੇਕਿਨ ਜਦੋਂ ਬਾਹਰ ਆਉਂਦਾ ਹੈ ਤੇ ਬਾਹਰ ਦੀ ਮਾਇਆ ਨੂੰ ਦੇਖਦਿਆਂ ਹੋਇਆਂ ਸਾਹਿਬ ਗੁਰਬਾਣੀ ਦੇ ਅੰਦਰ ਬਚਨ ਕਰਦੇ ਨੇ ਕਿ ਪਹਿਲੇ ਪਿਆਰ ਲਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁਧ, ਤੀਜਾ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ। ਪਹਿਲਾਂ ਮੋਹ ਪੈਂਦਾ ਹੈ ਮਾਂ ਦੇ ਦੁੱਧ ਦੇ ਨਾਲ, ਪਹਿਲੇ ਪਿਆਰ ਲਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁਧ। ਥੋੜ੍ਹਾ ਵੱਡਾ ਹੁੰਦਾ ਹੈ, ਮਾਂ ਪਿਓ ਤੋਂ ਦੀ ਸੁਧ ਪੈਂਦੀ ਹੈ, ਸੋਝੀ ਪੈਂਦੀ ਹੈ, ਮੇਰੀ ਮਾਂ ਹੈ, ਮੇਰਾ ਪਿਓ ਆ, ਭੈਣ ਆ, ਭਰਾ ਆ। ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ। ਫਿਰ ਹੋਰ ਥੋੜ੍ਹਾ ਵੱਡਾ ਹੁੰਦਾ ਹੈ, ਪਤਾ ਲੱਗਦਾ ਭਰਾ ਭਾਬੀਆਂ ਕੌਣ ਹੁੰਦੇ ਨੇ, ਕੌਣ ਮੇਰੇ ਰਿਸ਼ਤੇਦਾਰ ਨੇ। ਫਿਰ ਦੁਨੀਆਦਾਰੀ ਦੇ ਸਮਾਜ ਦੇ ਨਾਲ ਸਾਡੀਆਂ ਰੀਤਾਂ ਲੱਗੀਆਂ ਲੱਗ ਜਾਂਦੀਆਂ ਨੇ। ਜਿਉਂ-ਜਿਉਂ ਇਨਸਾਨ ਵੱਡਾ ਹੁੰਦਾ ਜਾਂਦਾ ਤਿਉਂ-ਤਿਉਂ ਸਾਡੀ ਫਿਤਰਤਾਂ ਚੇਂਜ ਹੁੰਦੀਆਂ ਜਾਂਦੀਆਂ ਨੇ। ਜਦੋਂ ਬੱਚਾ ਜਨਮ ਲੈਂਦਾ ਉਸ ਸਮੇਂ ਤੋਂ ਬਾਅਦ ਉਹਨੂੰ ਵਾਜਾ ਜਦੋਂ ਛਣਕਣਾ ਵੱਜਦਾ ਉਸ ਵੇਲੇ ਚੁੱਪ ਕਰਨਾ ਸ਼ੁਰੂ ਹੋ ਜਾਂਦਾ ਹੈ। ਅਸਲੀਅਤ ਉਹਨੂੰ ਅਨਹਦ ਨਾਦ, ਜਦੋਂ ਨਾਮ ਜਪਿਆ ਸੀ ਮਾਂ ਦੇ ਪੇਟ ਦੇ ਵਿੱਚ, ਉੱਥੇ ਆਵਾਜ਼ਾਂ ਸੁਣਦੀਆਂ ਸਨ ਪਰਮਾਤਮਾ ਦੇ ਸਿਮਰਨ ਦੀਆਂ। ਤੇ ਜਦੋਂ ਬਾਹਰ ਆਇਆ ਤੇ ਬਾਹਰ ਉਹ ਆਵਾਜ਼ਾਂ ਵੱਜਣੀਆਂ ਸ਼ੁਰੂ ਬੰਦ ਹੋ ਗਈਆਂ, ਕਿਉਂਕਿ ਬਾਹਰ ਤੇ ਕੇਵਲ ਉਹਨੂੰ ਬਹਿਰੂਨੀ ਤੌਰ ਦੇ ਉੱਤੇ ਮਾਇਆ ਦੇ ਘੇਰਿਆ ਹੋਇਆ ਸੀ। ਮਾਇਆ ਨੇ ਉਹਨੂੰ ਇਹੋ ਜਿਹੇ ਚੱਕਰ 'ਚ ਪਾਇਆ ਕਿ ਉਹਨੂੰ ਆਵਾਜ਼ਾਂ ਆਉਣੀਆਂ ਬੰਦ ਹੋਈਆਂ, ਕਿਉਂਕਿ ਪ੍ਰਮਾਤਮਾ ਦਾ ਸਿਮਰਨ ਉੱਥੇ ਬੰਦ ਹੋ ਗਿਆ। ਤੇ ਜਦੋਂ ਉਹ ਵਾਜਿਆਂ ਦੇ ਰੂਪ ਦੇ ਵਿੱਚ ਵੱਜਦੇ ਨੇ, ਛਣਕਣੇ ਦੇ ਰੂਪ 'ਚ ਵੱਜਦੇ ਨੇ, ਤੇ ਉਹਨੂੰ ਆਨੰਦ ਆਉਂਦਾ ਕਿ ਸ਼ਾਇਦ ਭੁਲੇਖਾ ਪੈਂਦਾ ਕਿ ਸ਼ਾਇਦ ਉਹੀ ਵਾਜੇ ਵੱਜ ਰਹੇ ਨੇ। ਬਾਹਰੂਨੀ ਤੌਰ 'ਤੇ ਕੰਨਾਂ ਤੋਂ ਆਵਾਜ਼ ਸੁਣਨੀ ਸ਼ੁਰੂ ਹੋਈ।
ਲੇਕਿਨ ਜਦੋਂ ਆਨੰਦ ਦੇ ਵਿੱਚ ਗਾਉਣ ਦੀ ਗੱਲ ਆਉਂਦੀ ਹੈ, ਉਸ ਆਨੰਦ ਦੇ ਵਿੱਚ ਹਰ ਕੋਈ ਗਾ ਨਹੀਂ ਸਕਦਾ। ਇਤਿਹਾਸ ਦੇ ਵਿੱਚ ਇੱਕ ਜ਼ਿਕਰ ਆਉਂਦਾ ਹੈ ਤਾਨਸੈਨ ਦਾ, ਜਿਵੇਂ ਉਦੋਂ ਵੀ ਗੱਲ ਕੀਤੀ ਸੀ, ਉਹ ਇੰਨਾ ਵਧੀਆ ਗਵਈਆ ਸੀ ਕਿ ਜਦੋਂ ਉਹ ਮਲਾਰ ਰਾਗ ਗਾਉਂਦਾ ਸੀ, ਮੀਂਹ ਪੈਂਦਾ ਸੀ, ਜਿਸ ਸਮੇਂ ਉਹ ਦੀਪਕੀ ਰਾਗ ਗਾਉਂਦਾ ਸੀ, ਦੀਵੇ ਜਗਣੇ ਸ਼ੁਰੂ ਹੋ ਜਾਂਦੇ ਸਨ। ਇੱਕ ਦਿਨ ਬਾਦਸ਼ਾਹ ਅਕਬਰ ਨੇ ਇਹ ਗੱਲ ਆਖਣਾ ਕੀਤੀ ਕਿ ਤਾਨਸੈਨ ਤੂੰ ਇੰਨਾ ਵਧੀਆ ਗਵਾਈਆਂ ਆ, ਇੰਨੇ ਵਧੀਆ ਰਾਗ ਗਾਉਣਾ ਆ, ਤੇਰਾ ਜਿਹੜਾ ਗੁਰੂ ਹੋਏਗਾ ਉਹ ਕਿੰਨਾ ਵਧੀਆ ਗਵਈਆ ਹੋਏਗਾ, ਤੂੰ ਇੰਨੀ ਮੁਹਾਰਤ ਹੈ, ਮੈਨੂੰ ਉਹਦੇ ਨਾਲ ਮਿਲਾ ਜਾਂ ਉਹਨੂੰ ਆਪਣੇ ਦਰਬਾਰ ਦੇ ਵਿੱਚ ਲੈ ਕੇ ਆ, ਜਿਹੜਾ ਤੇਰਾ ਉਸਤਾਦ ਆ ਉਹ ਕਿੰਨਾ ਵਧੀਆ ਗਵਈਆ ਹੋਏਗਾ। ਕਹਿਣ ਲੱਗੇ ਉਹ ਤੁਹਾਡੇ ਦਰਬਾਰ 'ਚ ਨਹੀਂ ਆਵੇਗਾ। ਕਹਿਣ ਲੱਗੇ ਕਿਉਂ? ਕਹਿਣ ਲੱਗੇ ਮੈਂ ਤੇ 4 ਛਿੱਲੜਾਂ ਕਰਕੇ ਗਾਉਣਾ ਆ, ਲੇਕਿਨ ਉਹ 4 ਛਿੱਲੜਾਂ ਕਰਕੇ ਨਹੀਂ ਗਾਉਂਦਾ। ਉਹ ਗਾਉਂਦਾ ਹੈ ਇੰਨੇ ਆਨੰਦ ਦੇ ਵਿੱਚ ਕਿ ਪੂਰੇ ਜੰਗਲ ਦੇ ਪਸ਼ੂ ਪੰਛੀ ਵੀ ਆਣ ਕੇ ਉਹਦੇ ਕੋਲ ਮਦਮੋਹਤ ਹੋ ਕੇ ਆਣ ਕੇ ਬਹਿ ਕੇ ਉਹਦੇ ਕੋਲ ਰਾਗ ਕੀਰਤਨ ਸੁਣਦੇ ਆ। ਕਹਿੰਦੇ ਫਿਰ ਮੈਨੂੰ ਉਹਦੇ ਦਰਸ਼ਨ ਕਰਾ, ਮੈਂ ਉਹਦੇ ਕੋਲ ਚਲ ਜਾਣਾ। ਕਹਿਣ ਲੱਗਾ ਫਿਰ ਇੱਦਾਂ ਜਾਣਾ ਨਹੀਂ ਪੈਣਾ, ਸਾਨੂੰ ਜਾ ਕੇ ਪਹਿਲਾਂ ਸ਼ਾਮਾਂ ਨੂੰ ਉੱਥੇ ਜਿੱਥੇ ਬੈਠਦਾ ਹੈ ਕੀਰਤਨ ਕਰਨ ਦੇ ਵਾਸਤੇ, ਸਾਨੂੰ ਪਹਿਲਾਂ ਜਾ ਕੇ ਬਹਿਣਾ ਪੈਣਾ ਹੈ। ਫਿਰ ਉਹਨੇ ਰਾਤ ਨੂੰ ਸਵਾ ਪਹਿਰ ਰਾਤ ਰਹਿੰਦੀ ਆ, ਜਦੋਂ ਅੰਮ੍ਰਿਤ ਵੇਲਾ ਹੋਵੇਗਾ ਉਸ ਸਮੇਂ ਉਹਨੇ ਗਾਉਣਾ ਹੈ। ਇਤਿਹਾਸਕਾਰ ਲਿਖਦੇ ਨੇ ਕਿ ਅਕਬਰ ਬਾਦਸ਼ਾਹ ਤੇ ਅਕਬਰ ਬਾਦਸ਼ਾਹ ਤੇ ਨਾਲ ਹੀ ਤਾਨਸੈਨ ਅੱਧੀ ਰਾਤ ਨੂੰ ਜਾ ਕੇ ਸ਼ਾਮਾਂ ਨੂੰ ਉੱਥੇ ਜਾ ਕੇ ਬਹਿ ਗਏ, ਦੜ ਵੱਟ ਕੇ ਬੈਠੇ। ਅੰਮ੍ਰਿਤ ਵੇਲਾ ਹੋਇਆ, ਇਸ਼ਨਾਨ ਕਰਕੇ ਜਦੋਂ ਉਹ ਉੱਥੇ ਜਾ ਕੇ ਬੈਠੇ ਤੇ ਉਹਨਾਂ ਨੇ ਗਾਉਣਾ ਸ਼ੁਰੂ ਕੀਤਾ, ਜਿਹਨਾਂ ਦਾ ਹਰਜੀ ਨੇ ਗਾਉਣਾ ਸ਼ੁਰੂ ਕੀਤਾ। ਉਸ ਸਮੇਂ ਜਦੋਂ ਗਾਇਆ ਤੇ ਪਸ਼ੂ ਪੰਛੀ ਵੀ ਆਣ ਕੇ ਮਦਮੋਹਤ ਹੋ ਕੇ, ਜਿੱਥੇ ਸਾਰੇ ਸ਼ੇਰ ਹਾਥੀ ਜਿੰਨੇ ਵੀ ਜਾਨਵਰ ਨੇ, ਕੋਈ ਦਰਖਤਾਂ ਦੇ ਬੈਠਣ ਵਾਲੇ, ਕੋਈ ਲਾਗੇ ਬੈਠਣ ਵਾਲੇ, ਕੀਰਤਨ ਸੁਣ ਕੇ ਮਦਮੋਹਤ ਹੋ ਕੇ ਕੀਰਤਨ ਸੁਣ ਰਹੇ ਨੇ, ਪਰਮਾਤਮਾ ਦੇ ਰੱਬੀ ਧੁਨਾਂ ਨੂੰ ਸੁਣ ਰਹੇ ਨੇ। ਜਦੋਂ ਉਹ ਕੀਰਤਨ ਦੀ ਸਮਾਪਤੀ ਹੋਈ ਤੇ ਅਕਬਰ ਬਾਦਸ਼ਾਹ ਨੇ ਜਾ ਕੇ ਚਰਨ ਫੜ ਲਏ। ਕਹਿਣ ਲੱਗੇ ਇੰਨੇ ਗਵਈਏ, ਇੰਨੇ ਵਧੀਆ ਗਵਈਏ ਹੋ ਕੇ ਤੁਸੀਂ ਇੱਥੇ ਬੈਠੇ ਹੋ, ਤੁਸੀਂ ਆਓ ਮੇਰੇ ਦਰਬਾਰ 'ਚ ਆਓ, ਆਣ ਕੇ ਰਾਜ ਪਦਵੀ 'ਤੇ ਬੈਠਣਾ ਦੀ ਜਿਹੜੀ ਜੋ ਵੀ ਮੰਗੋਗੇ ਮੈਂ ਤੁਹਾਨੂੰ ਦੇਵਾਂਗਾ, ਜੋ ਵੀ ਤੁਹਾਨੂੰ ਵਸਤ ਦੀ ਲੋੜ ਹੋਏਗੀ ਮੈਂ ਤੁਹਾਨੂੰ ਦੇਣ ਨੂੰ ਤਿਆਰ ਹਾਂ। ਅੱਗੋਂ ਉਹਨਾਂ ਨੇ ਆਖਿਆ ਕਿ ਮੈਨੂੰ ਵਸਤਾਂ ਦੀ ਕੀ ਲੋੜ ਹੈ, ਮੈਨੂੰ ਸਭ ਕੁਝ ਤੇ ਪਰਮਾਤਮਾ ਇੱਥੇ ਦੇ ਰਿਹਾ, ਮੈਨੂੰ ਤੁਹਾਡੇ ਕੋਲ ਜਾਣ ਦੀ ਕੀ ਜ਼ਰੂਰਤ ਹੈ। ਜਿਹੜੀ ਚੀਜ਼ ਲੈਣ ਵਾਸਤੇ ਤੁਸੀਂ ਇੱਕ ਬਾਦਸ਼ਾਹ ਹੁੰਦੇ ਹੋਇਆ ਮੇਰੇ ਆਣ ਕੇ ਪੈਰ ਫੜ ਰਹੇ ਹੋ, ਤੇ ਉਹ ਮੇਰੇ ਕੋਲ ਇੰਨੀ ਵੱਡੀ ਦਾਤ ਹੈਗੀ ਹੈ, ਤੇ ਮੈਨੂੰ ਤੁਹਾਡੇ ਕੋਲ ਜਾ ਕੇ ਬਹਿਣ ਦੀ ਕੀ ਲੋੜ ਹੈ। ਕਹਿਣ ਲੱਗੇ ਤੁਹਾਡੇ ਗੁਰੂ ਕਿਹੜੇ ਨੇ? ਤੇ ਉਸ ਸਮੇਂ ਉਹਨਾਂ ਨੇ ਆਖਿਆ ਕਿ ਮੇਰੇ ਜਿਹੜੇ ਗੁਰੂ ਨੇ ਉਹ ਭਾਈ ਮਰਦਾਨਾ ਜੀ ਨੇ। ਭਾਈ ਮਰਦਾਨਾ ਜੀ ਦੇ ਵਿੱਚ ਕਿੰਨੀ ਕੁ ਗਾਉਣ ਦੀ ਸ਼ਮਤਾ ਹੋਵੇਗੀ, ਕਿੰਨੇ ਕੁ ਆਨੰਦ ਦੀ ਅਵਸਥਾ ਉੱਚੀ ਹੋਏਗੀ, ਜਿੱਥੇ ਗੁਰੂ ਨਾਨਕ ਸਾਹਿਬ ਆਖਦੇ ਹੋਣਗੇ ਕਿ ਮਰਦਾਨਿਆਂ ਛੇੜ ਰਬਾਬ ਬਾਣੀ ਆਈ ਹੈ। ਜਿਨ੍ਹਾਂ ਨੇ ਧੁਰ ਕੀ ਬਾਣੀ ਗਾਈ ਹੋਈ ਹੋਏਗੀ, ਜਿਨ੍ਹਾਂ ਨੇ ਆਨੰਦਮਈ ਬਾਣੀ ਗਾਈ ਹੋਏਗੀ, ਉਹਨਾਂ 'ਚ ਕਿੰਨੀ ਕੁ ਕਲਾ ਹੋਵੇਗੀ। ਤੇ ਸਤਿਗੁਰੂ ਜੀ ਉਸ ਆਨੰਦ ਦੀ ਅਵਸਥਾ ਦੀ ਗੱਲ ਕਰਦਿਆਂ ਹੋਇਆਂ, ਉਸ ਵਾਜਿਆਂ ਦੀ ਗੱਲ ਕਰਦਿਆਂ ਹੋਇਆਂ ਕਹਿ ਲਗੇ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ। ਔਰ ਜਦੋਂ ਸ਼ਬਦ ਦੇ ਦੁਆਰਾ ਬਾਣੀ ਪੜ੍ਹਨੀ ਸ਼ੁਰੂ ਕਰਾਂਗੇ, ਗੁਰਬਾਣੀ ਨੂੰ ਜਦੋਂ ਆਪਣਾ ਜੀਵਨ ਨੂੰ ਧਾਰਨ ਕਰਨਾ ਸ਼ੁਰੂ ਕਰਾਂਗੇ, ਜੀਵਨ 'ਚ ਆਨੰਦ ਆਉਣਾ ਸ਼ੁਰੂ ਹੋਏਗਾ ਤੇ ਹਿਰਦੇ 'ਚ ਵਾਜੇ ਆਪਣੇ ਆਪ ਵੱਜਣੇ ਸ਼ੁਰੂ ਹੋ ਜਾਵਣਗੇ। ਤੇ ਸਾਹਿਬ ਕਹਿਣ ਲੱਗੇ ਘਰ ਸੁਭਾਗੈ ਸ਼ਬਦ ਵਾਜੈ। ਕੋਈ ਇਹ ਬਾਹਰੀ ਤੌਰ ਦੇ ਉੱਤੇ ਜੇ ਤੁਸੀਂ ਆਖੋਗੇ ਨਾ, ਕੋਈ ਵੀਣਾ ਵੱਜ ਜਾਵੇਗੀ, ਜੇ ਕਿੰਕੁਰੀ ਵੱਜ ਜਾਵੇਗੀ, ਜਾਂ ਕੋਈ ਨਾਦ ਵੱਜ ਜਾਵੇਗਾ, ਜਾਂ ਕੋਈ ਵੱਖਰੇ ਤੌਰ ਦੇ ਉੱਤੇ ਕੋਈ ਸਾਜ਼ ਵੱਜ ਜਾਵੇਗਾ, ਤੇ ਨਹੀਂ ਹੋਣਾ। ਜਿੰਨੇ ਮਰਜ਼ੀ ਖੜਤਾਲਾਂ ਵਜਾਈ ਜਾਓ, ਜਿੰਨੇ ਮਰਜ਼ੀ ਪਖਾਵਜ ਵਜਾ ਲਓ, ਪਰਮਾਤਮਾ ਹਿਰਦੇ ਘਰ ਦੇ ਵਿੱਚ ਇਹਨਾਂ ਸਾਜ਼ਾਂ ਦੇ ਦੁਆਰਾ
ਜੋਗੀਆਂ ਨੂੰ ਜਿੱਦਾਂ ਜੋਗੀਆਂ ਨੂੰ ਸਮਝਾਉਂਦੇ ਪਏ ਨੇ ਕਿ ਉਸ ਤਰੀਕੇ ਦੇ ਨਾਲ ਹਿਰਦੇ ਦੇ ਵਿੱਚ ਆਨੰਦ ਨਹੀਂ ਜੇ ਆਉਣਾ। ਆਨੰਦ ਕਿਵੇਂ ਆਉਣਾ? ਘਰ ਸੁਭਾਗਾ ਹੈ, ਘਰ ਰਾਰੇ ਜੇ ਸਿਹਾਰੀ ਹੈ, ਘਰ ਦੇ ਵਿੱਚ ਸੁਭਾਗ ਪੈਦਾ ਹੋਣਾ। ਸੁਭਾਗ ਸਮਾਂ ਸੁਭਾਗ ਸਿਆਨ ਖੁਸ਼ੀ ਦਾ ਸਮਾਂ, ਸ਼ੁਭ ਸਮਾਂ ਜਿਹੜਾ ਹੈ, ਘਰ ਸੁਭਾਗਾ ਹੈ, ਭਾਗਾਂ ਵਾਲਾ ਸਮਾਂ ਜਿਹੜਾ ਹੈ ਨਾ, ਹਿਰਦੇ ਘਰ ਦੇ ਵਿੱਚ ਘਰ ਸੁਭਾਗਾ ਹੈ। ਸ਼ਬਦ ਵਾਜੇ, ਸ਼ਬਦ ਦੇ ਦੁਆਰਾ ਗੁਰਬਾਣੀ ਪੜ੍ਹਾਂਗੇ, ਸਹਿਜ ਪਾਠ ਕਰਾਂਗੇ। ਜਦੋਂ ਹਿਰਦੇ ਘਰ ਦੇ ਵਿੱਚ ਸਮਾਂ ਆਵੇਗਾ, ਜਦੋਂ ਉਸ ਸਮੇਂ ਤੋਂ ਉੱਪਰ ਉੱਠ ਕੇ ਕੋਸ਼ਿਸ਼ ਕਰਾਂਗੇ, ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ। ਜਿਸ ਸਮੇਂ ਸੱਤਿਆ ਬਣ ਆਵੇਗੀ, ਜਿਸ ਸਮੇਂ ਕਲਾ ਬਣ ਜਾਵੇਗੀ, ਜਦੋਂ ਸਮਾਂ ਆਵੇਗਾ, ਕਲਾ ਜਿਤ ਕਰ ਧਾਰੀਆ। ਪਰਮਾਤਮਾ ਨੇ ਉਹ ਜੁਗਤ ਵਰਤਾਉਣੀ ਹੈ, ਕਲਾ ਵਰਤਾਉਣੀ ਹੈ, ਅਤੇ ਹਿਰਦੇ ਘਰ ਦੇ ਵਿੱਚ ਉਹ ਆਨੰਦ ਪੈਦਾ ਹੋਵੇਗਾ। ਕਿਉਂਕਿ ਜਦੋਂ ਗੁਰਬਾਣੀ ਨੂੰ ਜਦੋਂ ਅਸੀਂ ਅੰਤਰੀਵ ਭਾਵ ਨਾਲ ਸਮਝਦੇ ਹਾਂ, ਗੁਰਬਾਣੀ ਦੇ 3-3 4-4 ਇੱਕ ਪੰਕਤੀ ਦੇ ਕਈ ਵਾਰੀ 3-3 4-4 ਅਰਥ ਨਿਕਲਦੇ ਨੇ। ਉਹ ਸੰਸਾਰਿਕ ਤੌਰ ਦੇ ਉੱਤੇ ਵੀ ਹੈ, ਅੰਦਰੂਨੀ ਤੌਰ ਦੇ ਉੱਤੇ ਵੀ ਹੈ, ਰਾਜਨੀਤਿਕ ਤੌਰ ਦੇ ਉੱਤੇ ਵੀ ਹੈ, ਕੁਝ ਸਮਝਾਉਣ ਵਾਸਤੇ ਵੀ। ਹੁਣ ਜਿੰਨੀ ਦੇਰ ਤੱਕ ਸਾਨੂੰ ਸਮਝ ਨਹੀਂ ਲੱਗਦੀ ਇਹ ਸ਼ਬਦ ਕਿਹੜੇ ਰੂਪ ਦੇ ਵਿੱਚ ਸਾਹਿਬਾਂ ਨੇ ਵਰਤੇ ਨੇ, ਉਨੀ ਦੇਰ ਤੱਕ ਗੱਲ ਨਹੀਂ ਬਣਨੀ। ਕਿਉਂਕਿ ਸ਼ਬਦ ਦਾ ਅਰਥ ਕਦੀ ਵੀ ਇੱਕ ਪੰਕਤੀ ਦੇ ਨਾਲ ਨਹੀਂ ਹੁੰਦਾ। ਸ਼ਬਦ ਦਾ ਅਰਥ ਜਿਹੜਾ ਹੈ, ਜਿੰਨੀ ਦੇਰ ਤੱਕ ਅਸੀਂ ਪੂਰਾ ਸ਼ਬਦ ਨਹੀਂ ਪੜ੍ਹਦੇ, ਉਨੀ ਦੇਰ ਤੱਕ ਉਹਦੀ ਗੱਲ ਦੀ, ਉਸ ਸ਼ਬਦ ਦੀ ਸੋਝੀ ਪ੍ਰਾਪਤ ਨਹੀਂ ਹੁੰਦੀ। ਕੋਈ ਇੱਕ ਪੰਕਤੀ ਦੇ ਨਾਲ ਕਿਸੇ ਵੀ ਸ਼ਬਦ ਦਾ ਅਰਥ ਨਹੀਂ ਕੀਤਾ ਜਾ ਸਕਦਾ। ਹੁਣ ਸਾਹਿਬ ਕਹਿਣ ਲੱਗੇ, ਜਿਸ ਸਮੇਂ ਪਰਮਾਤਮਾ ਨੇ ਜੁਗਤ ਵਰਤਾਉਣੀ ਹੈ, ਕਲਾ ਵਰਤਾਉਣੀ ਹੈ, ਸ਼ਬਦ ਦੇ ਦੁਆਰਾ ਹੀ ਵਰਤਾਈ ਜਾਵੇਗੀ। ਜਦੋਂ ਅਸੀਂ ਗੁਰਬਾਣੀ ਪੜ੍ਹਾਂਗੇ, ਦੇਖੋ ਅਸੀਂ ਆਮ ਤੌਰ ਦੇ ਉੱਤੇ ਇਹੀ ਗੱਲ ਜ਼ੋਰ ਦਿੱਤਾ ਜਾਂਦਾ, ਵਾਹਿਗੁਰੂ ਵਾਹਿਗੁਰੂ ਜਪਣ ਦੇ ਉੱਤੇ ਜ਼ੋਰ ਦਿੱਤਾ ਜਾਂਦਾ ਹੈ ਕਿ ਨਾਮ ਹੀ ਸਾਰਾ ਕੁਛ ਹੈ। ਨਾਮ ਕੇਵਲ ਤੇ ਕੇਵਲ ਸਾਡੇ ਹਿਰਦੇ ਨੂੰ ਸ਼ੁੱਧ ਕਰਨ ਦੇ ਵਾਸਤੇ ਹੈ। ਇਹ ਆਰੰਭਕ ਪੌੜੀ ਹੈ, ਪਹਿਲੀ ਪੌੜੀ ਦੀ ਗੱਲ ਕਹਿ ਲਈਏ। ਭਰੀਐ ਮਤ ਪਾਪਾ ਕੈ ਸੰਗ ਉਹ ਧੋਪੈ ਨਾਮੈ ਕੈ ਰੰਗ। ਨਾਮ ਸਿਮਰਨ ਜਿਹੜਾ ਹੈ ਉਹ ਮਨ ਨੂੰ, ਮਲੀਨਤਾ ਨੂੰ ਦੂਰ ਕਰਦਾ ਹੈ। ਬਾਕੀ ਸਾਰੀ ਜਿਹੜੀ ਗੁਰਬਾਣੀ ਹੈ ਉਸ ਤੋਂ ਅਗਲੀਆਂ ਪੌੜੀਆਂ ਨੇ, ਅਗਲੀ ਗੱਲ ਕੀਤੀ ਗਈ ਹੈ। ਗੁਰਬਾਣੀ ਦੇ ਵਿੱਚ ਹਰ ਚੀਜ਼ ਨੂੰ ਸਮਝਾਉਣਾ ਕੀਤਾ ਗਿਆ। ਉਹ ਆਰੰਭਕ ਪੌੜੀ ਤੋਂ ਜਦੋਂ ਅਸੀਂ ਮਨ ਨੂੰ ਸਾਫ਼ ਕਰਕੇ ਜਦੋਂ ਅੱਗੇ ਤੁਰਾਂਗੇ ਨਾ, ਤੇ ਬਹੁਤ ਕੁਝ ਗੁਰਬਾਣੀ ਦੇ ਵਿੱਚ ਭਰਿਆ ਪਿਆ ਹੈ, ਅਥਾਹ ਸਾਗਰ ਭਰਿਆ ਪਿਆ ਹੈ। ਜਿਉਂ-ਜਿਉਂ ਬਾਣੀ ਨਾਲ ਜੁੜਾਂਗੇ, ਨਾਮ ਆਪਣੇ ਆਪ ਚੱਲਣਾ ਸ਼ੁਰੂ ਹੋਵੇਗਾ। ਨਾਮ ਕੋਈ ਬਾਹਰੂਨੀ ਤੌਰ ਦੇ ਉੱਤੇ ਇਹ ਨਹੀਂ ਕਿ ਚਲਾਇਆ ਜਾਵੇਗਾ, ਉਹ ਆਪਣੇ ਆਪ ਚੱਲ ਪਵੇਗਾ। ਜਦੋਂ ਬਾਣੀ ਨੂੰ ਪੜ੍ਹ ਕੇ ਜਦੋਂ ਉਹਦੇ ਬਾਰੇ ਸੋਝੀ ਪ੍ਰਾਪਤ ਹੋਵੇਗੀ, ਪਰਮਾਤਮਾ ਦੇ ਦਰ ਘਰ ਦੇ ਨਾਲ ਜੁੜਨ ਦੀ ਗੱਲ ਆਵੇਗੀ, ਉਹ ਆਪਣੇ ਆਪ ਜੀਵਨ ਦੇ ਵਿੱਚ ਆਰੰਭਕ ਤੌਰ ਦੇ ਉੱਤੋਂ ਲੈ ਕੇ ਫਿਰ ਆਪਣੇ ਆਪ ਤੁਰ ਪਵੇਗਾ। ਤੇ ਸਾਹਿਬ ਕਹਿਣ ਲੱਗੇ, ਜਦੋਂ ਹੋਵੇਗਾ ਕਿ ਕਲਾ ਜਿੱਤ ਕਰ ਧਾਰੀ ਆ, ਪਰਮਾਤਮਾ ਫਿਰ ਜੁਗਤਾਂ ਵਰਤਾਉਣੀਆਂ ਸ਼ੁਰੂ ਕਰ ਦੇਵੇਗਾ। ਜੁਗਤੀ ਦੇ ਵਿੱਚ ਇਨਸਾਨ ਦਾ ਬੇਸ਼ੱਕ ਕੰਮ ਕੋਈ ਵੀ ਕਰ ਰਿਹਾ, ਫਿਰ ਧਿਆਨ ਉਹਦਾ ਪਰਮਾਤਮਾ ਦੇ ਨਾਮ ਤਾਈਂ ਹੋਏਗਾ। ਬੇਸ਼ੱਕ ਘਰ ਦਾ ਕੋਈ ਵੀ ਕੰਮ ਕਰਦਾ ਹੋਵੇ, ਉਹਦਾ ਧਿਆਨ ਫਿਰ ਨਾਮ ਦੇ ਵਿੱਚ ਆਉਣਾ ਸ਼ੁਰੂ ਹੋ ਜਾਂਦਾ ਹੈ। ਫਿਰ ਕੀ ਹੋਵੇਗਾ? ਪੰਚ ਦੂਤ ਤੁਧ ਵਸ ਕੀਤੇ। ਜਦੋਂ ਜੀਵਨ 'ਚ ਆਨੰਦ ਆਵੇਗਾ ਨਾ, ਪੰਜੇ ਵਿਕਾਰ ਜਿਹੜੇ ਨੇ ਵਸ ਦੇ ਵਿੱਚ ਆਉਣਗੇ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਨਿੰਦਿਆ, ਚੁਗਲੀ, ਦਵੈਸ਼ ਵਗੈਰਾ, ਪੰਜ ਵਿਕਾਰ ਜਿਹੜੇ ਨੇ ਇਹ ਕਾਬੂ 'ਚ ਆਉਣਗੇ। ਪੰਚ ਦੂਤ ਤੁਧ ਵਸ ਕੀਤੇ। ਆਨੰਦ ਦੇ ਨਾਲ ਜਿਸ ਸਮੇਂ ਸਾਨੂੰ ਪਤਾ ਲੱਗ ਜਾਵੇਗਾ, ਸੂਝੀ ਆ ਜਾਵੇਗੀ, ਆਨੰਦ ਦੇ ਨਾਲ ਜਿਹੜੇ ਇਹ ਵਿਕਾਰ ਜਿਹੜੇ ਨੇ ਵਸ ਦੇ ਵਿੱਚ ਕੀਤੇ ਜਾ ਸਕਦੇ ਨੇ। ਕਾਲ ਕੰਟਕ ਮਾਰਿਆ, ਜਿਹੜਾ ਸਮਾਂ ਹੈ, ਸਮੇਂ ਦੀ ਨੱਕ ਦੇ ਵਿੱਚ ਨਕੇਲ ਉਹ ਜੀਵ ਪਾ ਲਵੇਗਾ, ਉਹਦੇ ਅਧੀਨ ਹੋ ਕੇ ਸਮਾਂ ਚੱਲਣਾ ਸ਼ੁਰੂ ਹੋਵੇਗਾ। ਜੋ ਉਹ ਫਿਰ ਜੀਵ ਜਦੋਂ ਪਰਮਾਤਮਾ ਦੇ ਨਾਮ ਦੇ ਵਿੱਚ ਰਤਿਆ ਜਾਵੇਗਾ,
फिर जिहड़ी अवस्था की गल करते हैं, जल ते थल कर, थल ते कूआं, कूप ते मेर करावे, धरती ते आकाश चढ़ावे, चढ़े आकाश गिरावे। फिर वो अवस्था आवेगी कि जो इंसान वो कह देगा वो सच होना शुरू हो जाता है। जो विकारां तो उपरली अवस्था, जो अगे भी आप जी नाल कई बारी गल साझी की है कि असी आम इंसान आ, ਜਦੋਂ परमात्मा का नाम सिमरन शुरू कर दें ना, साड़ी दूजी अवस्था बनेगी जिहदे विच इंसान नूं परमात्मा 9 निधियां ते 18 सिद्धियां दिंदा है। उहदे विच की हुंदा है कि शरीर दे रूप दे विच सरीरक तौर दे उत्ते असीं जिहड़ा भी कोई साडे कोल आवेगा, जो भी मंगेगा उहनूं, जिवें कोई दुੱਧ मंगदा, कोई पुੱਤ मंगदा, कोई रिजक मंगदा, उहनूं ओह देण दी समर्था आ जांदी है। फिर किसी यानी कि जे कोई धन मंगदा उन्होंने धन, कोई नौकरी मंगदा सहज सुभाव कोई मूँह गल नहीं, उन्होंने नौकरी मिलनी शुरू हो जाती है। फिर उहदे कोलों 9 निधियां ते 18 सिद्धियां। 9 निधियां दे 9 खजानियां की गल आउंदी है। सिद्धियां तो भाव है जे किसी दिल की गल जान लेना, जमीन तो उच्चे उठ के बह जाना, शरीर नूं वड्डा कर लेना, शरीर नूं निक्का कर लेना, ये इन्हां दियां रिद्धियां सिद्धियां दे विच आउंदा है। वो दूसरी अवस्था च जिहड़ी असीं आनंद की गल कीती है, जदों विकार नूं मार लिया तो फिर ये अवस्था बनती है। तो जदों ये अवस्था बनूगी तो आम तौर के उत्ते बहुतात दे विच इस अवस्था च आण के रुक जाते हैं। लेकिन इस तो जिहड़ी तीसरी अवस्था बनती ना अगे जिहड़ी जाके जिहड़ा फिर भी करते रहिंदे, ये लोकां नूं जिहड़े दिखाउंदे नहीं, जिहड़े दिखाउणा शुरू कर दिंदे वो उत्थे खत्म हो जाते हैं। वो लोगों ताईं लोकी मानता करनी शुरू कर देंगे ने, पैर फड़ने शुरू कर देंगे ने। लोगों नूं ते अपने दातां दे नाल मतलब है ना, वो अगले दी अवस्था नाल कोई मतलब नहीं हैगा। फिर उस तो अगली अवस्था है जिहड़ी परमात्मा का रूप होने वाली, उहदे विच विरले टावें जिवें मुहम्मद साहब गए ने, भगत साहिबान, गुरु साहिबान उस अवस्था दे नाल मिले ने। फिर वो अवस्था दे विच तोही मोही मोही तोही अंतर कैसे वाली अवस्था बनती है, जिहदे विच परमात्मा दे विच जीव अभेद हो जाता है। तो साहिब कहण लगे, पंचदूत तुद वस कीते, काल कंटक मारिया। काल वर्गा भयानक समय नूं भी परमात्मा वो जीव खत्म करना, उन्होंने मौत भी जिहड़ा डराउंदी नहीं। पंजे विकार भी वस च कर ले ते मौत भी उन्होंने डराउंदी नहीं। साहिब अगली पंक्ति अंदर बचन कर लगे, तुर करम पाया तुद जिन कहो, से नाम हर कै लागे। तुर करम पाया तुद जिन कहो, जिन्हां दे उत्ते परमात्मा ने तुर तो ही दरगाह तो मेहर कीती है। देखो कुछ नाम सिमरन, परमात्मा नाल जुड़ना, कुछ बख्शिशां साडे जीवन कर्म दे विच हुंदियां ने, कुछ बख्शिशां कुछ साडे पूर्वले कर्म होंदे ने, कुछ तुर दरगाहों सानूं बख्शिशां मिलदियां ने, जिन्हां दे करके असीं परमात्मा नाल जुड़ पाउने आ। जिन्हां तुर दरगाह दे उत्तों बख्शिश हुंदी है, वो परमात्मा दे मार्ग दे उत्ते तुरन दा पांधी बनदा है। ਜਿਉਂ-ਜਿਉਂ ਉਹ ਬਖਸ਼ਿਸ਼ਾਂ ਵੱਧਦੀਆਂ ਜਾਂਦੀਆਂ ਨੇ, ਤਿਉਂ-ਤਿਉਂ ਉਹਦੇ ਜੀਵਨ ਦੇ ਵਿੱਚ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਤੇ ਜਦੋਂ ਪਰਮਾਤਮਾ ਨਾਲ ਜੁੜ ਜਾਂਦਾ ਹੈ, ਤੁਰ ਕਰਮ ਪਾਇਆ ਤੂੰ ਜਿਨ ਕੋ ਸੇ ਨਾਮ ਹਰ ਕੈ ਲਾਗੇ, ਉਹਦੀ ਲਿਵਲੀਨਤਾ ਪਰਮਾਤਮਾ ਨਾਲ ਜੁੜ ਜਾਂਦੀ ਹੈ। ਕਈ ਵਾਰੀ ਅਸੀਂ ਕਿਸੇ ਇਨਸਾਨ ਨੂੰ ਦੇਖਦੇ ਹਾਂ ਕਿ ਉਹ ਬਹੁਤ ਜੀਵਨ ਦੇ ਵਿੱਚ ਗਲਤ ਕੰਮ ਕਰ ਰਿਹਾ, ਲੇਕਿਨ कोई बारी जीवन दे विच इहो जिहा अचंभा हुंदा है, इहो जी घटना हुंदी है, जीवन तब्दील कर दिंदा है, वो बिल्कुल ही जीवन बदल जाता है। क्योंकि देखो हर इंसान के जीवन दे विच एक समा ऐसा हुंदा है जिसनूं आख दिंदे ने कि टर्निंग पॉइंट आ गया, जिहदे विच जीवन तब्दील हो गया। जिवें हरनाकश सारी उम्र वर लै ले परमात्मा के कोलों, लेकिन वह जीवन तब्दील नहीं होया। जिथे परमात्मा का भगत सी, अपने पुत नूं मारन करके वो राक्षस का रूप धारण कर लिया, लेकिन पुत जिहड़ा सी कोई जप तप तो बगैर ही परमात्मा के दर दे उत्ते प्रवान हो गया। वो धुर उहदे पूर्वले कर्म ने,
ਤੁਰ ਕਰਮ ਪਾਇਆ ਤੂੰ ਜਿਨ ਕੋ। ਉਹਨੇ ਤੁਰ ਦਰਗਾਹੋਂ ਕਰਮ ਕੀਤੇ ਨੇ ਜਿਹਦੇ ਕਰਕੇ ਉਹਨਾਂ ਨੂੰ ਪ੍ਰਾਪਤੀ ਹੋ ਗਈ। ਤੇ ਸਾਹਿਬ ਕਹਿਣ ਲੱਗੇ ਜਦੋਂ ਧੁਰ ਦਰਗਾਹ ਦੇ ਉੱਤੋਂ ਕਰਮ ਲੈ ਕੇ ਆਉਂਦੇ ਆ ਜੀਵਨ ਦੇ ਵਿੱਚ ਕਦੀ ਨਾ ਕਦੀ ਤਬਦੀਲੀ ਜ਼ਰੂਰ ਆਉਂਦੀ ਹੈ। ਜਦੋਂ ਤਬਦੀਲੀ ਆਈ ਤੇ ਫਿਰ ਹੋਏਗਾ ਕਿ ਹਰ ਕੈ ਲਾਗੇ, ਨਾਮ ਹਰ ਕੈ ਲਾਗੇ, ਪ੍ਰਮਾਤਮਾ ਦਾ ਨਾਮ ਦੇ ਨਾਲ ਚਿੱਤ ਜੁੜ ਜਾਂਦਾ ਹੈ, ਹਿਰਦਾ ਜੁੜ ਜਾਂਦਾ ਹੈ। ਜਦੋਂ ਹਿਰਦੇ ਦੇ ਅੰਦਰ ਜੁੜਦਾ ਹੈ ਜੀਵ ਆਤਮਾ ਪ੍ਰਮਾਤਮਾ ਦੇ ਨਾਲ ਜੁੜਦਾ ਹੈ ਤੇ ਫਿਰ ਕੀ ਹੁੰਦਾ ਹੈ? ਕਹੇ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ। ਦਾਸ ਨਾਨਕ ਇਹ ਗੱਲ ਕਹਿ ਰਿਹਾ ਹੈ, ਧੰਨ ਗੁਰੂ ਅਮਰਦਾਸ ਜੀ ਇਹ ਗੱਲ ਕਹਿ ਰਹੇ ਨੇ ਕਿ ਤਹਿ ਸੁਖ ਹੋਆ, ਫਿਰ ਜੀਵਨ ਦੇ ਵਿੱਚ ਸੁੱਖਾਂ ਦੀ ਪ੍ਰਾਪਤੀ ਹੋਣੀ ਹੈ। ਜਦੋਂ ਦਰਗਾਹੋਂ ਵੀ ਪ੍ਰਮਾਤਮਾ ਨੇ ਰਹਿਮਤਾਂ ਕਰ ਦਿੱਤੀਆਂ, ਜਦੋਂ ਸ਼ਬਦ ਨੂੰ ਪੜ੍ਹਨਾ ਸ਼ੁਰੂ ਕਰ ਦਿੱਤਾ, ਸ਼ਬਦ ਨੂੰ ਸੁਣਨਾ ਸ਼ੁਰੂ ਕਰ ਦਿੱਤਾ, ਸ਼ਬਦ ਨੂੰ ਵਿਚਾਰਨਾ ਸ਼ੁਰੂ ਕਰ ਦਿੱਤਾ, ਬਾਬਾ ਨਾਨਕ ਸਾਨੂੰ ਕਹਿੰਦਾ ਕੀ ਹੈ, ਗੁਰੂ ਸਾਹਿਬਾਨ ਸਾਨੂੰ ਸਮਝਾਉਂਦੇ ਕੀ ਹੈ, ਜਦੋਂ ਉਸ ਗੱਲ ਨੂੰ ਸਮਝਣਾ, ਜਦੋਂ ਸਮਝ ਜੀਵਨ ਦੇ ਵਿੱਚ ਆਉਣੀ ਸ਼ੁਰੂ ਹੋ ਗਈ ਫਿਰ ਕੀ ਹੋਏਗਾ? ਤਹਿ ਸੁਖ ਹੋਆ, ਹਿਰਦੇ ਵਿੱਚ ਸੁੱਖਾਂ ਦੀ ਪ੍ਰਾਪਤੀ ਹੋਏਗੀ। ਫਿਰ ਹੋਵੇਗਾ ਤਿਤ ਘਰ ਅਨਹਦ ਵਾਜੇ, ਫਿਰ ਆਨੰਦ ਦੇ ਵਾਜੇ ਹਿਰਦੇ 'ਚ ਵੱਜਣੇ ਸ਼ੁਰੂ ਹੋਣਗੇ। ਫਿਰ ਵਾਜੇ ਪੰਜ ਜਿਹੜੇ ਵੱਜਣੇ ਤਾਂ ਸ਼ੁਰੂ ਹੋਣੇ ਆ ਜਦੋਂ ਗੁਰੂ ਦੀ ਗੱਲ ਸਮਝ ਆਈ, ਜਦੋਂ ਗੁਰੂ ਦੀ ਸੋਝੀ ਜੀਵਨ ਦੇ ਵਿੱਚ ਆਈ। ਫਿਰ ਪ੍ਰਮਾਤਮਾ ਦੇ ਨਾਮ ਦੇ ਅਨਹਦ ਵਾਜੇ ਵੱਜਣੇ ਸ਼ੁਰੂ ਹੋਏ। ਜਦੋਂ ਵਾਜੇ ਵੱਜਣੇ ਸ਼ੁਰੂ ਹੋਣਗੇ ਆਨੰਦ ਦੀ ਅਵਸਥਾ ਬਣ ਆਵੇਗੀ ਤੇ ਪ੍ਰਮਾਤਮਾ ਦੇ ਵਿੱਚ ਜੀਵ ਲੀਨ ਹੋਣਾ ਸ਼ੁਰੂ ਹੋਏਗਾ। ਫਿਰ ਬਾਹਰੂਨੀ ਤੌਰ ਦੇ ਉੱਤੇ ਸਾਧਨਾ ਦੀ ਲੋੜ ਨਹੀਂ ਰਹਿ ਜਾਵੇਗੀ, ਬਾਹਰੂਨੀ ਤੌਰ ਦੇ ਉੱਤੇ ਲੋਕ ਵਿਖਾਵਿਆਂ ਦੀ ਲੋੜ ਨਹੀਂ ਰਹਿ ਜਾਵੇਗੀ। ਫਿਰ ਉਹ ਸਹਿਜ ਅਨਾਹਦ ਵਾਜਿਆਂ ਦੇ ਵਿੱਚ ਲੀਨ ਹੋ ਜਾਵੇਗਾ, ਜੀਵ ਪ੍ਰਮਾਤਮਾ ਦੇ ਨਾਲ ਮਿਲਾਪ ਹੋਵੇਗਾ। ਆਮ ਤੌਰ ਦੇ ਉੱਤੇ ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਪਹਿਲੀਆਂ 5 ਪੌੜੀਆਂ ਤੇ ਅਖੀਰਲੀ ਪੌੜੀ ਪੜ੍ਹ ਕੇ ਹੀ ਜਦੋਂ ਕੜਾਹ ਪ੍ਰਸ਼ਾਦ ਦੀ ਦੇਗ ਉਹਨੂੰ ਭੋਗ ਲੱਗਣਾ ਹੈ। ਮਰਿਆਦਾ ਦੇ ਅਨੁਸਾਰ ਇਹੀ ਪ੍ਰਕਰਨ ਚੱਲਦਾ ਹੈ। ਦੀਵਾਨ ਦੀ ਸਮਾਪਤੀ ਹੋਵੇ ਜਾਂ ਕਥਾ ਜਾਂ ਕੀਰਤਨ ਦੀ ਸਮਾਪਤੀ ਹੋਣ ਵੇਲੇ ਜਦੋਂ ਦੀਵਾਨ ਦੀ ਸਮਾਪਤੀ ਹੁੰਦੀ ਹੈ ਤੇ ਬਿਨਾਂ ਆਨੰਦ ਸਾਹਿਬ ਪੜ੍ਹੇ ਤੋਂ 6 ਪੌੜੀਆਂ ਆਨੰਦ ਸਾਹਿਬ ਪੜ੍ਹੇ ਤੋਂ ਬਗੈਰ ਜੋ ਕਿ ਅਖੰਡ ਜੋ ਕੜਾਹ ਪ੍ਰਸ਼ਾਦ ਦੀ ਦੇਗ ਨੂੰ ਭੋਗ ਨਹੀਂ ਲਗਾਇਆ ਜਾਂਦਾ। ਇਹ 5 ਪੌੜੀਆਂ ਦੀ ਅਸੀਂ ਵਿਚਾਰ ਕੀਤੀ ਹੈ। 6ਵੀਂ ਅਖੀਰਲੀ ਪੌੜੀ ਹੈ ਜੋ 40ਵੀਂ ਪੌੜੀ ਹੈ, ਲੇਕਿਨ ਅਸੀਂ ਕੱਲ੍ਹ ਨੂੰ 6ਵੀਂ ਪੌੜੀ ਦੀ ਵਿਚਾਰ ਆਰੰਭ ਕਰਾਂਗੇ। ਗੁਰਦੇਵ ਪਾਤਸ਼ਾਹ ਸਾਨੂੰ ਕੀ ਸਮਝਾਉਣਾ ਕਰਦੇ ਨੇ, ਜਿਵੇਂ 6ਵੀਂ ਪੌੜੀ ਦੇ ਅੰਦਰ ਵੀ ਸਤਿਗੁਰਾਂ ਨੇ ਜੋ ਸੱਚੇ ਪਰਮਾਤਮਾ ਦੇ ਨਾਲ ਜਿਹੜੀ ਸੱਚ ਦੇ ਨਾਲ ਲਾਉਣ ਦੀ ਲਿਵ ਜੋੜਨ ਦੀ ਗੱਲ ਕੀਤੀ ਹੈ। ਕਿਵੇਂ ਕਿਵੇਂ ਜੀਵਨ ਦੇ ਅੰਦਰ ਤਬਦੀਲੀਆਂ ਬਣ ਕੇ ਆਉਂਦੀਆਂ ਨੇ, ਕਿਵੇਂ ਵਾਜੇ ਵੱਜਣੇ ਨੇ ਹਿਰਦੇ ਘਰ ਦੇ ਵਿੱਚ, ਉਹਨਾਂ ਦੀਆਂ ਗੱਲਾਂ ਇੱਕ ਇੱਕ ਕਰਕੇ ਸਾਰੀ ਬਾਣੀ ਆਨੰਦ ਦੀ ਬਾਣੀ ਹੈ। ਹਰ ਪੌੜੀ ਦੇ ਵਿੱਚ ਆਨੰਦ ਦੇ ਨਾਲ ਮਿਲਾਪ ਕਰਨ ਦੀ ਗੱਲ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਸਮਝਾਉਣਾ ਕੀਤੀ ਹੈ। ਸਾਹਿਬ ਰਹਿਮਤ ਕਰਨ, ਕਹੇ ਹੋਏ ਸੁਣੇ ਹੋਏ ਬੋਲ ਹਿਰਦਿਆਂ ਦੇ ਅੰਦਰ ਵਸ ਜਾਵਣ। ਗੁਰੂ ਤੇ ਸੰਗਤ ਬਖਸ਼ਣ ਯੋਗ ਹੈ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।